ਸ਼ਾਇਰ ਲੇਖਕ ਕੋਈ ਵੀ ਹੋਵੇ ਉਹ ਹਸਾਸ ਮਨ ਦਾ ਹੁੰਦਾ ਹੈ। ਉਹ ਆਪਣੇ ਸਮੇਂ 'ਚ ਰਹਿੰਦਾ ਹੋਇਆ ਸਮੇਂ ਦੀ ਬਾਤ ਪਾਉਂਦਾ ਹੈ। ਮੈਂ ਜਦੋਂ ਪਿਛਲੇ ਸਮਿਆਂ ਦੀ ਗੱਲ ਕਰਦੀ ਹਾਂ ਤਾਂ 1947 ਕੀ ਹੋਇਆ ਸੀ, 1947 ਦਾ ਸਮਾਂ ਕਿਹੋ ਜਿਹਾ ਸੀਗਾ ਉਹ ਮੈਂ ਨਹੀਂ ਜਾਣਦੀ। ਮੇਰੇ ਹਾਣ ਦੇ ਨਹੀਂ ਜਾਣਦੇ ਹੋਣਗੇ ਜਿਹੜੇ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਜੰਮੇ ਆ। ਲੇਕਿਨ ਅਸੀਂ ਕੋਈ ਬਹੁਤ ਵਧੀਆ ਸਮਿਆਂ 'ਚ ਨਹੀਂ ਗੁਜ਼ਰੇ। ਮੈਂ ਦੇਖਦੀ ਰਹੀ ਹਾਂ ਕਦੀ ਅਸੀਂ ਕੁਦਰਤੀ ਆਪਦਾਵਾਂ ਨਾਲ ਦੋ ਚਾਰ ਹੁੰਦੇ ਹਾਂ, ਕਦੀ ਅਸੀਂ ਮਨੁੱਖੀ ਆਪਦਾਵਾਂ ਨਾਲ ਦੋ ਚਾਰ ਹੁੰਦੇ ਹਾਂ। ਇਹਨਾਂ ਹਾਲਾਤਾਂ 'ਚੋਂ ਗੁਜ਼ਰਦੇ ਕਈ ਵਾਰ ਇਹ ਲੱਗਦਾ ਕਿ ਸਾਡਾ ਦਮ ਘੁੱਟ ਰਿਹਾ ਹੈ, ਸਾਨੂੰ ਕੁਝ ਕਹਿਣ ਦੀ ਆਜ਼ਾਦੀ ਨਹੀਂ ਹੈ। ਅਤੇ ਮੇਰੀ ਜਿਹੜੀ ਸੋਚ ਜਾ ਕੇ ਪਿੱਛੇ 1984 'ਚ ਅਟਕ ਜਾਂਦੀ ਹੈ, ਇੱਕ ਫੁੱਲ ਸਟਾਪ ਦੀ ਤਰ੍ਹਾਂ। ਉਸ ਨੂੰ ਚੰਗੇ ਤਰ੍ਹਾਂ ਨਾਲ ਯਾਦ ਨਹੀਂ ਕੀਤਾ ਜਾ ਸਕਦਾ। ਉਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਇੱਕ ਕਿਸਮ ਦੀ ਕਰਫਿਊ ਹੀ ਸੀ, ਕਰਫਿਊ ਵਾਲੀ ਹਾਲਾਤ ਸੀਗੇ। ਸੜਕਾਂ 'ਤੇ ਅੱਡੀਆਂ ਦਾ, ਫੌਜੀਆਂ ਦੇ ਬੂਟਾਂ ਦਾ ਸ਼ੋਰ ਸੀ, ਠੱਕ ਠੱਕ ਸੁਣਾਈ ਦਿੰਦੀ ਸੀ। ਉਸ ਆਤੰਕ ਦੀ ਬਾਤ ਪਾਉਂਦਿਆਂ ਅੱਜ ਵੀ ਰੂਹ ਕੰਬ ਜਾਂਦੀ ਹੈ। ਉਫ, ਕਿੱਦਾਂ ਦੇ ਵੇਲੇ ਸਨ ਜਿਨ੍ਹਾਂ ਵੇਲਿਆਂ 'ਚੋਂ ਅਸੀਂ ਗੁਜ਼ਰੇ। ਉਹਨਾਂ ਦਿਨਾਂ ਦੇ ਵਿੱਚ ਮੈਂ ਕੀ ਅਸੀਂ ਸਾਰਿਆਂ ਨੇ ਨਜ਼ਮਾਂ ਲਿਖੀਆਂ ਸਨ। ਮੈਂ ਬਹੁਤ ਸਾਰੀਆਂ ਨਜ਼ਮਾਂ ਲਿਖੀਆਂ, ਬਹੁਤ ਸਾਰੀਆਂ ਨਜ਼ਮਾਂ ਬਹੁਤ ਸਾਰੇ ਲੋਕਾਂ ਨੇ ਦੇ ਕੰਨੀ ਪਈਆਂ ਗਈਆਂ। ਔਰ ਇੱਕ ਵਾਰ ਮੈਨੂੰ ਜੱਸੋਵਾਲ ਜੀ ਕਹਿਣ ਲੱਗੇ, ਜਸਦੇਵ ਸਿੰਘ ਜੱਸੋਵਾਲ, ਕਿ ਕੁੜੀਏ ਤੂੰ ਇੰਨੀਆਂ ਵਧੀਆ ਕਵਿਤਾਵਾਂ ਲਿਖੀਆਂ ਨੇ, ਕਵਿਤਾਵਾਂ ਛਾਪ ਦੇ। ਸੋ ਮੈਂ ਜੱਸੋਵਾਲ ਜੀ ਨੂੰ ਕਿਹਾ, ਜੱਸੋਵਾਲ ਜੀ ਪੈਸੇ ਕੌਣ ਖਰਚ ਕਰੂਗਾ? ਅਤੇ ਜੱਸੋਵਾਲ ਜੀ ਕਹਿੰਦੇ ਪੈਸਿਆਂ ਦੀ ਕੋਈ ਗੱਲ ਨਹੀਂ। ਅਤੇ ਉਹਨਾਂ ਦਿਨਾਂ 'ਚ ਸਤਵੰਤ ਸਿੰਘ ਮੋਹੀ ਇਲੈਕਸ਼ਨ ਲੜ ਰਹੇ ਸੀ ਅਤੇ ਮੇਰਾ ਖਿਆਲ ਹੈ ਸਤਵੰਤ ਸਿੰਘ ਮੋਹੀ ਨੇ ਉਹ ਪੈਸੇ ਦਿੱਤੇ ਸੀਗੇ ਜੱਸੋਵਾਲ ਜੀ ਨੂੰ। ਅਤੇ ਮੈਨੂੰ ਕਹਿੰਦੇ ਕੁੜੀਏ ਕਿਤਾਬ ਛਾਪ। ਮੈਂ ਕਿਹਾ ਜੀ ਸਵੀ ਨੂੰ ਫੜਾ ਦਿਓ। ਸਵੀ ਮੇਰੇ ਨਾਲ ਹੀ ਸੀ, ਮੈਂ ਸਵੀ ਨਾਲ ਹੀ ਗਈ ਸੀ। ਤਾਂ ਮੈਂ ਕਿਹਾ ਸਵੀ ਨੂੰ ਫੜਾ ਦਿਓ ਪੈਸੇ। ਤਾਂ ਸਵੀ ਨੇ 2 ਜਿਲਦਾਂ ਵਿੱਚ ਇਹ ਕਿਤਾਬ ਛਾਪੀ ਸੀ, ਚੰਦਰੇ ਹਨੇਰੇ। ਸੋ ਉਹਨਾਂ ਵੇਲਿਆਂ ਦੀ ਗੱਲ ਕਰਦਿਆਂ ਮਨ ਮੇਰਾ ਉਦਾਸ ਹੈ ਅਤੇ ਮੈਂ ਤੁਹਾਡੇ ਨਾਲ ਉਹਨਾਂ ਸਮਿਆਂ ਨੂੰ ਵਰਣਨ ਕਰਦੀ ਇੱਕ ਨਜ਼ਮ ਸਾਂਝੀ ਕਰ ਰਹੀ ਹਾਂ। ਕਿਹਾ ਸਾਵਣ ਹੈ ਇਹ, ਚੰਡੋਲ ਲਾਸ਼ਾਂ ਪਰੇ, ਸਣੇ ਟਾਹਣਾ ਪੀਂਘਾਂ ਟੁੱਟੀਆਂ, ਗਿੱਧੇ ਦੀ ਥਾਂ ਵੈਣ ਪੈਂਦੇ, ਤਲੀਆਂ 'ਤੇ ਰੱਤ ਰਚੀ, ਖੀਰ ਵਾਂਗ ਮਿੱਝ ਡੁੱਲੀ, ਹਾਏ ਕਿਹਾ ਸਾਵਣ ਹੈ ਇਹ। ਮੈਂ ਨੱਚ ਰਹੀ ਹਾਂ, ਅੱਗ ਵਾਂਗ ਮੱਚ ਰਹੀ ਹਾਂ, ਮੇਰੀ ਕੁੱਖ ਜਲਾਉਣ ਵਾਲਿਓ ਤੁਹਾਨੂੰ ਵੱਧ ਅਸੀਸਾਂ ਦੇ ਰਹੀ ਹਾਂ। ਸਾਡੇ ਪੁੱਤ, ਸਾਡੇ ਭਰਾ, ਜਿੱਥੇ ਲਾਸ਼ਾਂ ਬਣੇ ਉੱਥੇ ਫੁੱਲ ਉੱਗਣਗੇ। ਉਹਨਾਂ ਫੁੱਲਾਂ ਦੀ ਮਹਿਕ ਤੁਹਾਨੂੰ ਵਬਾ ਬਣ ਪਵੇਗੀ। ਤ੍ਰਿੰਜਣਾ 'ਚ ਚਰਖੇ ਰੋਂਦੇ ਪਏ, ਤੰਦਾਂ ਜਿੱਡੇ ਲੰਬੇ ਬੋਲ ਹੌਕਾ ਹੌਕਾ ਬਣਦੇ। ਮੈਂ ਤ੍ਰਿੰਜਣਾ 'ਚ ਇਸ ਬਰਬਾਦੀ ਦਾ ਗੀਤ ਹੇਕ ਲਾ ਗਾਵਾਂਗੀ। ਅਸੀਂ ਆਪੋ ਆਪਣਾ ਸਬਰ ਤਲੀਆਂ 'ਤੇ ਧਰ ਲਿਆ ਹੈ। ਫੌਲਾਦੀ ਹਿੱਕਾਂ ਨੂੰ, ਪਰਤਦੀਆਂ ਪਿੱਠਾਂ ਨੂੰ ਤੁਸਾਂ ਕੂਟਨੀਤੀ ਦੀਆਂ ਗੋਲੀਆਂ ਨਾਲ ਛਲ ਨਹੀਂ ਕੀਤਾ। ਜਿਨ੍ਹਾਂ ਕੰਧਾਂ ਨੂੰ ਤੁਸੀਂ ਗੋਲੀਆਂ ਨਾਲ ਜ਼ਖਮੀ ਕੀਤਾ, ਅਸੀਂ ਉਹਨਾਂ 'ਤੇ ਵਾਰਾਂ ਲਿਖਾਂਗੇ, ਲਹੂ ਦੇ ਗੀਤ ਗਾਵਾਂਗੇ, ਰੋਹ ਦੀ ਪੀਂਘ ਚੜਾਵਾਂਗੇ, ਆਪਣੇ ਅਜਾਇਆਂ ਦਾ ਹਿਸਾਬ ਚੁਕਾਵਾਂਗੇ। ਅਤੇ ਮੈਂ ਨੱਚ ਰਹੀ ਹਾਂ, ਅੱਗ ਵਾਂਗ ਮੱਚ ਰਹੀ ਹਾਂ, ਮੇਰੀ ਕੁੱਖ ਜਲਾਉਣ ਵਾਲਿਓ ਤੁਹਾਨੂੰ ਵੱਧ ਅਸੀਸਾਂ ਦੇ ਰਹੀ ਹਾਂ। ਮੈਂ ਨੱਚ ਰਹੀ ਹਾਂ। ਕਿਹਾ ਸਾਵਣ ਹੈ, ਕਿਹਾ ਸਾਵਣ ਹੈ। ਮੈਂ ਅੱਜ ਇੱਥੇ ਗੱਲ ਕਰਨੀ ਚਾਹੁੰਦੀ ਹਾਂ ਆਪਣੇ ਜਿਹੜੇ ਯੰਗ ਰਾਈਟਰਸ ਨੇ, ਨਵੇਂ ਮੁੰਡੇ ਕੁੜੀਆਂ ਲਿਖਣਾ ਸ਼ੁਰੂ ਕਰ ਰਹੇ ਨੇ। ਬੜਾ ਚਾਅ ਹੁੰਦਾ, ਬੜਾ ਉਤਸ਼ਾਹ ਹੁੰਦਾ। ਮੇਰੇ 'ਚ ਵੀ ਓਨਾ ਹੀ ਉਤਸ਼ਾਹ ਸੀ, ਓਨਾ ਹੀ ਚਾਅ ਸੀਗਾ ਜਿੰਨਾ ਤੁਹਾਡੇ 'ਚ ਹੋਏਗਾ, ਔਰ ਜਿੰਨਾ ਹੋਣਾ ਚਾਹੀਦਾ ਹਰ ਯੁਵਾ ਮਨ ਦੇ ਵਿੱਚ। ਜਿਵੇਂ ਕਿ ਮੈਂ ਤਾਰਿਆਂ ਦੇ ਛੱਜ ਵਿੱਚ ਲਿਖਿਆ ਕਿ ਮੈਂ ਜਦੋਂ ਲਿਖਦੀ ਸੀਗੀ, ਲਿਖਣਾ ਸ਼ੁਰੂ ਕੀਤਾ ਅਤੇ ਮੈਂ ਅੰਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ, ਸਫੀਰ,
शिव कुमार, बहुत एक पढ़न की चेटक होंगी है, तो मैं उन्होंने पढ़िया तो मेरा दिल करता सी कि जिवें इन्हां दी किताबां छपियां ने मेरियां किताबां भी छप जाण। सो उसे दे विच कि मैनू इन्ना चाह सी भी पर मेरे को रस्ता कोई नहीं सीगा। तो उन्हां ही दिनां विच मैं अपनी बेबाकी अनुसार रंधावा जी नूं, MS रंधावा जिहड़े उस वेले पंजाब एग्रीकल्चर यूनिवर्सिटी के वाइस चांसलर सन, जिहड़े तुहानूं ये भी बच्चों नूं पता होना चाहिए कि वो चंडीगढ़ के पहले कमिश्नर रहे। पंजाब कला भवन उन्हां दे सुपनियां दा एक तुहाडे सामने है कि उस रहीए सन पंजाब भवन के, और पहले वो चेयरमैन भी सन। खैर, तो मैं उन्होंने चिट्ठी लिखी कि मैं कविता लिखदी हाँ तो मेरा जी करदा मैं किताब छाप दियाँ, तो तुसीं कृपा करके वह मुखबंद लिख दिओ। उन्होंने मैनू चिट्ठी लिखी कि मैनू बड़ी खुशी है कि तू कविता लिखदी है, तो पर इत्थे पंजाबी ਸਾਹਿਤ ਦਾ माहर प्रोफैसर मोहन सिंह है, तो उन्होंने तुसीं मिलो, मैं भी गल करूँगा, तो जे फिर भी गल ना बनी तो मुखबंद मैं लिखांगा। ये गल तुहानूं सुनाउण दा एक मेरा मतलब है कि मैं जदों प्रोफैसर मोहन सिंह नूं मिली, तो प्रोफैसर मोहन सिंह नूं वो सारा कुछ मैं वर्णन नहीं करना चाहती कि प्रोफैसर मोहन सिंह ने मैनूं क्यों पसंद किया। वो तारियां दा छज पढ़ोगे तो तुहानूं बिल्कुल तुहाडे सामने आ जाऊगा कि मैं प्रोफैसर मोहन सिंह दे संग साथ विच उन्हां दे आखिरी 10 सालां दे विच मैं उन्हां दे साहां दे नाल रही हाँ, उन्हां दी आखिरी शागिर्द दे तौर दे उत्ते। तो मैं उन्हां कोल गई, मैनूं कहंदे आ जाया कर, कविता सुना जाया कर। तो फिर उन्हां दी एक चिट्ठी मैनूं आई कि जिस दिन तेरा काव हुनर तेरे दिल दा हाणी हो गया, दुनिया आपे मन जाएगी। ये मेरे नौजवान बच्चों, साथियों, दोस्तों, ये तुहाडे वास्ते भी, ये मनजीत इंद्रा वास्ते संदेश नहीं, ये तुहाडे वास्ते भी वो उड्डा ही संदेश है कि जिस दिन तुहाडा काव हुनर तुहाडे दिल दा हाणी हो गया, दुनिया आपे मन जाएगी। सो मेरी 74 च किताब छपी। उस तो बाद जदों मैनूं लगा कि मेरे रूह दे हाण दी मेरी कविता नहीं होई, तो मैं वो कविता जिहड़ी हैगी है, मेरी अगली किताब काला बाग, जिस कविता नाल मैं पंजाबी साहित्य के इतिहास विच जां पंजाबी जगत विच जानी गई हाँ, वो किताब का नाम काला बाग सी। अंतःकरण मेरी पहली किताब सी जिहदा मुखबंद प्रोफैसर मोहन सिंह ने लिखिया, ते नानक सिंह दे पुत्तर कुलवंत सूरी लोक साहित्य प्रकाशन अमृतसर ने इस नूं 1974 विच छापिया सी। सो मैं इत्थे ये मेरा एक सुनेहा है, मेरी हंबल रिक्वेस्ट है, बड़ी अधीनगी नाल तुहानूं कह रही हाँ कि अपनी कविता लिखो, अपनी कहानी लिखो, अपना आलोचना लिखो। उन्होंने अपने तो जिहड़े परपक्क लेखक ने, वैसे तो जिहड़ियां साहित्य सभावां ने उन्हां दा मकसद यही हुंदा है कि उन्हां साहित्य सभावां दे विच नवें लेखकां दीयां रचनावां नूं वाचिया विचारिया जावे, नवें जिहड़े लेखक ने वो उन्हां दे विच अपना पाठ करन, ते वो जिहड़ा पाठ है वो जिहड़े 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 ਸਰੋਤੇ ने जां जिहड़े विद्वान ने उन्हां नूं राय देण कि इहदे विच कोई सुधार चाहीदा है, इहदी किन्नी क समर्था आ, ते इहनूं किन्ना क सोधिया जा सकदा है। ते इस तरह नाल जे तुसीं करोगे तां मेरा ख्याल है कि साहित्य जगत विच प्रवेश तुहाडा सुभागा होएगा और तुहाडी रचना बड़ी परपक्क होएगी। साडा सूरज भी मोड़ो, साडा चानण भी मोड़ो, हो किते खा न जान चंदरे हनेरे, किते खा न जान चंदरे हनेरे। कट बेड़ियां पैरां च असां बिजली सी बद्दी, कट बेड़ियां पैरां च असां बिजली सी बद्दी, साडे पैरां चों हटाओ काले पंद मेरे,
ਕਿਤੇ ਖਾ ਨਾ ਜਾਣ ਚੰਦਰੇ ਹਨੇਰੇ। ਸਾਡਾ ਚਾਨਣ ਚੁਰਾ ਕੇ ਤੁਸੀਂ ਕਿੱਥੇ ਭੱਜ ਚੱਲੇ। ਸਾਡਾ ਚਾਨਣ ਚੁਰਾ ਕੇ ਤੁਸੀਂ ਕਿੱਥੇ ਭੱਜ ਚੱਲੇ। ਅਸੀਂ ਜ਼ੁਲਮਾਂ ਦੇ ਵੈਰੀ ਅਸਾਂ ਵੰਡਣੇ ਸਵੇਰੇ। ਅਸੀਂ ਜ਼ੁਲਮਾਂ ਦੇ ਵੈਰੀ ਅਸਾਂ ਵੰਡਣੇ ਸਵੇਰੇ। ਕਿਤੇ ਖਾ ਨਾ ਜਾਣ ਚੰਦਰੇ ਹਨੇਰੇ। ਸਾਡੇ ਨੈਣਾਂ ਵਿੱਚ ਪੱਖਦੇ ਨੇ ਰੋ ਦੇ ਚਿੰਗਾੜੇ। ਸਾਡੇ ਨੈਣਾਂ ਵਿੱਚ ਪੱਖਦੇ ਨੇ ਰੋ ਦੇ ਚਿੰਗਾੜੇ। ਅਸੀਂ ਹਿੰਮਤਾਂ ਦੇ ਜਾਏ ਸਾਡੇ ਪਰਬਤਾਂ ਜੈ ਜੇਰੇ। ਅਸੀਂ ਹਿੰਮਤਾਂ ਦੇ ਜਾਏ ਸਾਡੇ ਪਰਬਤਾਂ ਜੈ ਜੇਰੇ। ਕਿਤੇ ਖਾ ਨਾ ਜਾਣ ਚੰਦਰੇ ਹਨੇਰੇ। ਸਾਡੇ ਪੈਰਾਂ ਨਾਲ ਕਾਲ ਜਿਹੜਾ ਬੰਨਿਆ ਤੁਸਾਂ ਨੇ। ਸਾਡੇ ਪੈਰਾਂ ਨਾਲ ਕਾਲ ਜਿਹੜਾ ਬੰਨਿਆ ਤੁਸਾਂ ਨੇ। ਤੁਹਾਡੇ ਸਿਰਾਂ ਉੱਤੇ ਕੁੱਕੂ ਜਦੋਂ ਹੋਣਗੇ ਨਬੇੜੇ। ਤੁਹਾਡੇ ਸਿਰਾਂ ਉੱਤੇ ਕੁੱਕੂ ਜਦੋਂ ਹੋਣਗੇ ਨਬੇੜੇ। ਕਿਤੇ ਖਾ ਨਾ ਜਾਣ ਚੰਦਰੇ ਹਨੇਰੇ। ਸਾਡਾ ਸੂਰਜ ਵੀ ਮੋੜੋ ਸਾਡਾ ਚਾਨਣ ਵੀ ਮੋੜੋ। ਹੋ ਕਿਤੇ ਖਾ ਨਾ ਜਾਣ ਚੰਦਰੇ ਹਨੇਰੇ। 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 ਸਾਡਾ ਸੂਰਜ ਵੀ ਮੋੜੋ। ਨਜ਼ਮ ਹੈ ਅਨੰਤ ਦੀ ਪਰਵਾਜ਼। ਮਿਲਦੀ ਨਹੀਂ ਜ਼ਮੀਨ ਚਾਹਤ ਆਪਣੀ ਦੇ ਤੁਰਨ ਖਾਤਰ, ਤੇ ਨਾ ਹੀ ਆਸਮਾਂ ਮਿਲਦਾ ਮੁਹੱਬਤ ਆਪਣੀ ਦਾ। ਦਿਨਾਂ ਦਾ ਫੇਰ ਜਾਂ ਘੁੰਮਣਾ ਧਰਤੀ ਦਾ ਆਪਣੇ ਧੁਰੇ ਦੁਆਲੇ, ਤੇ ਜਾਂ ਪਰਿਕਰਮਾ ਧਰਤੀ ਦੀ ਸੂਰਜੇ ਗਿਰਦ। ਮੈਂ ਜੋ ਮੈਂ ਸਾਂ ਉਹ ਮੈਂ ਨਹੀਂ ਹਾਂ। ਮੈਂ ਜੋ ਮੈਂ ਸਾਂ ਉਹ ਮੈਂ ਨਹੀਂ ਹਾਂ। ਉਹ ਮੇਰੀ ਮੈਂ ਜੋ ਮੇਰਾ ਅਹਮ ਮੇਰਾ ਹੌਸਲਾ ਸੀ, ਜਿਸ ਦੇ ਪਰਾਂ ਤੇ ਅਨੰਤ ਦੀ ਪਰਵਾਜ਼ ਕਰਦੀ, ਜਿਸ ਦੇ ਮੋਢਿਆਂ ਦਾ ਦਮ ਸਾਂ ਭਰਦੀ, ਜਿਸ ਦੇ ਸਾਹ ਵਿੱਚ ਚੰਬਾ ਸੀ ਖਿੜਦਾ, ਜਿਸ ਦੀ ਕਲਪਨਾ ਮੇਰਾ ਸ਼ੁਦਾ ਸੀ, ਜਿਸ ਦੀ ਚਾਹਨਾ ਮੇਰਾ ਖੁਦਾ ਸੀ, ਤੇ ਅੰਦਰ ਮੋਹ ਮੁਹੱਬਤ ਬੇਖੁਦੀ ਸੀ। ਮੇਰੇ ਪੈਰਾਂ ਹੇਠਾਂ ਆਸਮਾਂ ਸੀ, ਧਰਤੀ ਪਿਛਲੇ ਕਿਸੇ ਜਨਮ ਦੀ ਵਾਦੀ ਦਾ ਨਾਂ ਸੀ। ਪਰੀ ਸਾਂ ਜਾਂ ਸਾਂ ਕੋਈ ਸ਼ਾਹਜ਼ਾਦੀ, ਕਿ ਜਿਸ ਨੂੰ ਸੁਪਨਿਆਂ ਦੇ ਦੇਸ ਵਸਦੇ ਕਿਸੇ ਸ਼ਾਹ ਬਹਿਰਾਮ ਦੀ ਭਾਲ ਵੀ ਸੀ। ਤਲੀਆਂ ਮੇਰੀਆਂ ਤੇ ਉਹਦੇ ਹੋਂਠ ਦਗਦੇ, ਮੇਰੇ ਚਿਹਰੇ ਤੇ ਉਹਦੇ ਨੈਣ ਮਗਦੇ। ਮੈਂ ਚਾਹੁੰਦੀ ਸਾਂ ਅਲਿੰਗਨ ਉਸ ਦੇ ਵਿੱਚ ਸਿਮਟ ਜਾਣਾ। ਮੈਂ ਚਾਹੁੰਦੀ ਸਾਂ ਭੁਲਾ ਆਪਾ ਉਹਦਾ ਹੀ ਰੂਪ ਹੋਣਾ, ਉਹਦੀ ਹੀ ਕਲਪਨਾ ਦੇ ਪਰਾਂ ਤੇ ਪਰਵਾਜ਼ ਕਰਨਾ। ਨਹੀਂ ਸਾਂ ਜਾਗਣਾ ਚਾਹੁੰਦੀ ਮੈਂ ਉਸ ਨੀਂਦ ਵਿੱਚੋਂ। ਬੜੀ ਸੀ ਅਜਬ ਉਸ ਸੁਪਨੇ ਦੀ ਧਰਤੀ ਜੋ ਮੇਰੀ ਆਪਣੀ ਸੀ, ਤੇ ਮੇਰੇ ਸਿਰ ਦੇ ਉੱਤੇ ਮੇਰਾ ਹੀ ਤਾਂ ਆਸਮਾਂ ਸੀ।
मैं अपने कल अज ते भड़क विच जीना सी चाया, मेरा कल कला बनिया, मेरा अज सिफर बनिया ते भड़क किस बला दा नाम होवेगा नहीं मैं जानदी। मैं अपने आप विच घुल जाना चाहां, मैं अपने आपे दा एक सफ़र होवां, मैं अपने आपे दी महरम भी होवां ते अपने आपे दी रहबर भी होवां। मेरा आपा मैं किसनूं मिथ रही हाँ, मेरा आपा ही खौरे खुर गया है या मेरियां उंगलियां दे पोरां विचों किर गया है। एक किरिया आपा किधरे मिल गया जे अपना आपा रूबरू हो जाए, जे अपने आपे संग कुछ पल जी लिया मैं, तद मेरे सिर ते मेरा आसमां, पैरां दे हेठां धरत मेरी अपनी होएगी। पानियां नूं अग लग गई, पानियां नूं अग लग गई, पानियां नूं अग लग गई, कखी कानी जे लगदी बुझाउंदी, पौਣਾ ਨੂੰ ਕਿਹਾ ਸੱਪ ਲੜਿਆ, ਮਾਸ ਮੱਚਦੇ ਦੀ ਗੰਧ ਜਈ ਆਉਂਦੀ, ਪੌਣਾ ਨੂੰ ਕਿਹਾ ਸੱਪ ਲੜਿਆ। ਅੱਗ ਲਾਉਣ ਪਾਣੀਆਂ ਨੂੰ ਬੁੱਲੀ ਮਲ ਕੇ ਪੰਜਾਬਣਾ ਦੰਦਾ ਸਾ, ਅੱਗ ਲਾਉਣ ਪਾਣੀਆਂ ਨੂੰ ਬੁੱਲੀ ਮਲ ਕੇ ਪੰਜਾਬਣਾ ਦੰਦਾ ਸਾ, ਲੋਕਾਂ ਵੇ ਮੈਂ ਨਾ ਮੰਨਦੀ ਇਹਨਾਂ ਦਾ ਕਸੂਰ ਰਤੀ ਮਾਸਾ, ਸਮਿਆਂ ਦੀ ਚੁੱਪ ਚੰਦਰੀ ਮੋਈ ਖੁਸ਼ੀ ਦਾ ਅਹਿਸਾਸ ਕਰਾਉਂਦੀ, ਪੌਣਾ ਨੂੰ ਕਿਹਾ ਸੱਪ ਲੜਿਆ, ਮਾਸ ਮੱਚਦੇ ਦੀ ਗੰਧ ਜਈ ਆਉਂਦੀ, ਪੌਣਾ ਨੂੰ ਕਿਹਾ ਸੱਪ ਲੜਿਆ। ਮੁਹੱਬਤਾਂ ਦਾ ਕਾਲ ਪੈ ਗਿਆ, ਮੁਹੱਬਤਾਂ ਦਾ ਕਾਲ ਪੈ ਗਿਆ, ਪਿਆ ਜ਼ਿੰਦਗੀ ਨੂੰ ਕੰਢਿਆਂ ਤੇ ਸੋਣਾ, ਮੁਹੱਬਤਾਂ ਦਾ ਕਾਲ ਪੈ ਗਿਆ, ਪਿਆ ਜ਼ਿੰਦਗੀ ਨੂੰ ਕੰਢਿਆਂ ਤੇ ਸੋਣਾ, ਕਾਵਾਂ ਵੇ ਇੱਥੋਂ ਉੱਡ ਪੁੱਡ ਜਾ, ਕਾਵਾਂ ਵੇ ਇੱਥੋਂ ਉੱਡ ਪੁੱਡ ਜਾ, ਤੈਨੂੰ ਢੂੰਡਿਆਂ ਪਿਆਰ ਨਾ ਇੱਥੇ ਆਉਣਾ, ਜੇ ਸਾਡੇ ਵੇੜੇ ਖੁਸ਼ੀ ਖੇਡਦੀ, ਚੁੰਝ ਤੇਰੀ ਵੇ ਮੈਂ ਸੋਨੇ 'ਚ ਮੜਾਉਂਦੀ, ਪੌਣਾ ਨੂੰ ਕਿਹਾ ਸੱਪ ਲੜਿਆ, ਮਾਸ ਮੱਚਦੇ ਦੀ ਗੰਧ ਜਈ ਆਉਂਦੀ, ਪੌਣਾ ਨੂੰ ਕਿਹਾ ਸੱਪ ਲੜਿਆ। ਲਹੂ ਨਾਲ ਅੱਜ ਭਰਿਆ ਬਿਆਸ, ਰਾਹ ਵੀ ਡੁਸਕੇ ਦੁਹੱਥੜਾਂ ਮਾਰੇ, ਲਹੂ ਨਾਲ ਬਿਆਸ ਭਰਿਆ, ਰਾਹ ਵੀ ਡੁਸਕੇ ਦੁਹੱਥੜਾਂ ਮਾਰੇ, ਚਨਾਂ ਦੇ ਵਿੱਚ ਵਿਸ ਘੁਲ ਗਈ, ਕਿੱਥੇ ਲੱਦ ਕੇ ਨਹੀਂ ਆਉਂਦੇ ਵਣਜਾਰੇ, ਧਰਤੀ ਚੋਂ ਰਤ ਸਿਮਦੀ, ਦੁੱਖ ਦਿਲ ਦਾ ਨਾ ਕਿਸੇ ਨੂੰ ਸੁਣਾਉਂਦੀ, ਧਰਤੀ ਚੋਂ ਰਤ ਸਿਮਦੀ, ਦੁੱਖ ਦਿਲ ਦਾ ਨਾ ਕਿਸੇ ਨੂੰ ਸੁਣਾਉਂਦੀ, ਪੌਣਾ ਨੂੰ ਕਿਹਾ ਸੱਪ ਲੜਿਆ, ਮਾਸ ਮੱਚਦੇ ਦੀ ਗੰਧ ਜਈ ਆਉਂਦੀ, ਪੌਣਾ ਨੂੰ ਕਿਹਾ ਸੱਪ ਲੜਿਆ। ਹੋ ਪਾਣੀਆਂ ਨੂੰ ਅੱਗ ਲੱਗ ਗਈ, ਪਾਣੀਆਂ ਨੂੰ ਅੱਗ ਲੱਗ ਗਈ,
ਕੱਖੀ ਕਾਨੀ ਜੇ ਲੱਗਦੀ ਬੁਝਾਉਂਦੀ, ਪੌਣਾ ਨੂੰ ਕਿਹਾ ਸੱਪ ਲੜਿਆ, ਪੌਣਾ ਨੂੰ ਕਿਹਾ ਸੱਪ ਲੜਿਆ। ਮਨਜੀਤ ਇੰਦਰਾ ਬਾਰੇ ਗੱਲ ਕਰਨਾ ਮੈਨੂੰ ਕਈ ਵਾਰੀ ਲੱਗਦਾ ਹੈ ਕਿ ਇਹ ਬੜੀ ਔਖੀ ਗੱਲ ਹੈ, ਪਰ ਫਿਰ ਜਦੋਂ ਮੈਂ ਗੱਲ ਕਰਨੀ ਸ਼ੁਰੂ ਕਰਦਾ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਸੌਖੀ ਗੱਲ ਵੀ ਕੋਈ ਨਹੀਂ ਹੈ, ਕਿਉਂਕਿ ਮੈਂ ਮਨਜੀਤ ਇੰਦਰਾ ਦੀ ਸ਼ਾਇਰੀ ਦਾ ਕਹਿ ਲਓ ਕਿ ਪ੍ਰਸ਼ੰਸਕ ਹਾਂ। ਮੈਂ ਬਹੁਤ ਥਾਵਾਂ ਦੇ ਉੱਤੇ ਉਹਨਾਂ ਨੂੰ ਮੰਚ ਦੇ ਉੱਤੇ ਕਵਿਤਾ ਪੜ੍ਹਦੇ ਹਾਂ, ਉਹਨਾਂ ਨੂੰ ਖੁਦ ਤਰਨਮ ਦੇ ਵਿੱਚ ਗਾਉਂਦਿਆਂ ਆਪਣੇ ਗੀਤ ਸੁਣਿਆ ਵਾ, और जिस बेबाकी और जिस एनर्जी दे नाल और जिस खूबसूरती और जिस अंदाज दे नाल मनजीत इंदरा होरी अपनी कविता कहंदे आ, वो अंदाज हारी सारी दे हिस्से नहीं आउंदा। और कविता उन्हां दी शायरी उन्हां दे गीतां दे नाल नाल मैनूं लगदा कि जो कुछ उन्हां दे अपने एक निजी तजर्बे ने, जो कुछ जिंदगी दे विच उन्होंने हंडाया वा, और जो कुछ भी उन्होंने औरत होने दे नाते संघर्ष किया, वो जदों अपनी कविता दे नाल नाल वो अपने वो सारे संघर्ष दे सफर नूं जदों साझा करते हैं तो वो साडे लई कई पड़ा इंज लगदा जिवें पुस्तक दे पन्ने अगे तो अगे पलटते जा रहे होण। कविता के खेत्र में मनजीत इंदरा चर्चित ਅਤੇ ਸਥਾਪਿਤ ਇਸ਼ਾਰਾ ਹੈ। 20ਵੀਂ सदी के 8वें दहाके तो लैके अज तक मनजीत इंदरा निरंतर अपनी कविता लिख रही है। भावें कि उसने 13 साल की उम्र में कविता लिखना आरंभ कर दिता सी, पर उसकी पहली काव्य पुस्तक 1974 में प्रकाशित हुई, जिसका सिरलेख अंतःकरण सी। इस संग्रह दी कवितावां जिवें कि इसके सिरलेख तो भी संकेत मिल जाता है कि उसने अपने आपे नूं समर्पित कवितावां सन, जिन्हां दी काव्य भाषा भावुकता विच रंगी हुई अते दृष्टि विच रोमांटिक रंग दी सी। पर मनजीत इंदरा एक कवित्री के तौर पर असल आगाज उसके काव्य संग्रह काला बाग जिहड़ा 1985 में प्रकाशित होया राही होया। पंजाबी काव्यलोचकां ने संग्रह ਦਾ गंभीर नोट्स भी लिया तो पंजाबी ਦੀਆਂ नारीवादी कवित्रियां विच मनजीत इंदरा एक प्रमुख शायरा के तौर पर स्थापित हो गई। इस तो बाद 1992 में चंद्रे हनेरे, 1994 में तारियां दा शब्द, 1996 में पूर्ति अपूर्ति, 2003 में तू आवाज़ मारी है, 2006 में अलख अते 2012 में उसका काव्य संग्रह रो विद्रोह प्रकाशित होया। जेकर नारीवादी दृष्टि तो मनजीत इंदरा की कविता नूं देखिए तो उसके काव्य पाठां विच रैडिकल नारीवाद, औरत मर्द संबंधां विचली सहयोग ते संवाद, नारी अवचेतन विचले संघर्ष अते दबंध, औरत के सुपने, औरत की मुहब्बती तांग अते समर्पण आदि थीम शामिल हो सकते हैं। इसलिए उसकी कविता नूं किसी एक गहरे थीम नाल संबंधित नहीं किया जा सकता। मनजीत इंदरा की कविता विच थीमैटिक विभिन्नता ही नहीं सगों रूपाकार विभिन्नता भी है। उसने गज़ल भी लिखी, उसने गीत भी लिखे, खुली कविता, नज़म ਅਤੇ ਤਾਰਿਆਂ ਦੇ ਛੱਜ ਵਰਗਾ ਵਿਲੱਖਣ ਰੂਪਾਕਾਰ ਵੀ ਲਿਖਿਆ। ਆਪਣੀ ਥੀਮੈਟਿਕ ਵਿਭਿੰਨਤਾ ਬਾਰੇ ਤਾਂ ਖੁਦ ਕਹਿੰਦੀ ਹੈ ਕਿ ਮੇਰਾ ਨਵਾਂ ਕਾਵਿ ਸੰਗ੍ਰਹਿ ਅਲਖ ਮਰਦ ਦੀਆਂ ਵੱਖ-ਵੱਖ ਮਨੋਵਿਰਤੀਆਂ ਨੂੰ ਪ੍ਰਗਟਾਉਣ ਵਾਲੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਇਹ ਮਰਦ ਵੱਲੋਂ ਸੰਬੋਧਨੀ ਕਵਿਤਾਵਾਂ ਹਨ। ਮੇਰਾ ਯਤਨ ਰਿਹਾ ਹੈ ਕਿ ਮੈਂ ਹਰ ਤਰ੍ਹਾਂ ਦੇ ਮਰਦ ਨੂੰ ਕਵਿਤਾ ਵਿੱਚ ਪੇਸ਼ ਕਰ ਸਕਾਂ। ਮਨਜੀਤ ਇੰਦਰਾ ਦੀ ਕਾਵਿ ਨਾਇਕਾ ਇੱਕ ਸਵਾ ਵਿਸ਼ਵਾਸ ਨਾਲ ਲਬਰੇਜ਼ औरत है। वो मर्द नाल टकराउंदी भी है, संवाद भी करती है ਅਤੇ बराबर उत्ते खड़ के उसदे नाल चिंतकी संवाद भी रचाउंदी है। मनजीत इंदरा ने अपनी काव्य पुस्तक काला बाग विच इस्त्री मर्द के आपसी संबंधां बारे जड़ियां कवितावां लिखियां, उन्हां विच काला बाग, उदास मौसम, जन्मदिन, आवाज़, अग दा दरिया, उदासी, दंभ, मकड़ी दा जाल आदि प्रमुख हैं। काला बाग संग्रह विच मनजीत इंदरा की काव्य नायिका असल में औरत की उस कामना नूं प्रगट करन विच सफल हो जाती है जिहड़ी संवेगी कामुकता नूं बराबरता के एहसास नाल भोगदी है। पंजाबी कविता विच एक औरत जेंडर वल्लों अजिहे एहसास की सिरजना सचमुच मनजीत इंदरा की एक प्राप्ति सी। चंद्रे हनेरे की सिरजना नाल मनजीत इंदरा पंजाबी की प्रगीत कविता विच स्थापित हो जाती है।
ਉਸ ਦੀ ਕਵਿਤਾ ਵਿਚਲੀ ਪ੍ਰਗੀਤਾਤਮਕਤਾ ਤੇ ਉਸ ਦੀ ਆਪਣੀ ਆਵਾਜ਼ ਦੇ ਜਾਦੂ ਨੂੰ ਪੰਜਾਬੀ ਪਾਠਕਾਂ ਤੇ ਸਰੋਤਿਆਂ ਨੂੰ ਸੱਚਮੁੱਚ ਪ੍ਰਭਾਵਿਤ ਕੀਤਾ। ਪੰਜਾਬੀ ਕਾਵਿ ਮੰਚਾਂ ਉੱਤੇ ਮਨਜੀਤ ਇੰਦਰਾ ਜਦੋਂ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨੂੰ ਤਰੰਨਮ ਦੇ ਵਿੱਚ ਪੜ੍ਹਦੀ ਹੈ ਤਾਂ ਸਰੋਤੇ ਆਸ਼ਾ ਕਰਦੇ ਹਨ। ਮਨਜੀਤ ਇੰਦਰਾ ਨੇ ਆਪਣੀ ਕਵਿਤਾ ਦੇ ਨਿਰੰਤਰ ਪ੍ਰਵਾਹ ਨੂੰ ਜਾਰੀ ਕਰਦੇ ਹੋਏ 2012 ਵਿੱਚ ਰੋਹ ਤੇ ਵਿਦਰੋਹ ਦੀ ਸ਼ਾਇਰੀ ਰਾਹੀਂ ਇਹ ਸਾਬਤ ਕੀਤਾ ਕਿ ਮਨਜੀਤ ਇੰਦਰਾ ਵੱਡੇ ਸਮਾਜਿਕ ਸਰੋਕਾਰਾਂ ਅਤੇ ਰਾਜਨੀਤਿਕ ਸਰੋਕਾਰਾਂ ਨੂੰ ਵੀ ਪੇਸ਼ ਕਰ ਸਕਦੀ ਹੈ। ਵਰਤਮਾਨ ਸੰਦਰਭ ਦੇ ਵਿੱਚ ਰੋਹ ਵਿਦਰੋਹ ਦੀ ਕਵਿਤਾ ਨੇ ਵਿਸ਼ਵੀਕਰਨ ਤੋਂ ਬਾਅਦ ਦੀ ਵਿਸ਼ਵ ਦੀ ਸਥਿਤੀ, ਭਾਰਤ ਅਤੇ ਪੰਜਾਬ ਦੀ ਸਥਿਤੀ ਤੇ ਤਿੱਖੇ ਪ੍ਰਤੀਰੋਧਕ ਸੁਰ ਉਚਾਰੇ ਹਨ। ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਕਿ ਮਨਜੀਤ ਇੰਦਰਾ ਦੀ ਸ਼ਾਇਰੀ ਬਾਰੇ ਅਜੇ ਪੰਜਾਬੀ ਕਾਵਿ-ਆਲੋਚਕਾਂ ਨੇ ਉਸ ਤਰ੍ਹਾਂ ਗੰਭੀਰ ਯਤਨ ਮਹੀਨ ਪਰਤਾਂ ਨੂੰ ਖੋਲ੍ਹਣ ਨਹੀਂ ਕੀਤੇ ਜਿਸ ਦੀ ਕਿ ਉਹ ਹੱਕਦਾਰ ਹੈ। ਭਵਿੱਖ ਵਿੱਚ ਮਨਜੀਤ ਇੰਦਰਾ ਦੀ ਸ਼ਾਇਰੀ ਨੂੰ ਹੋਰ ਵੀ ਗੰਭੀਰਤਾ ਦੇ ਨਾਲ ਪੰਜਾਬੀ ਕਾਵਿ ਆਲੋਚਨਾ ਸਮਝਣ ਦੇ ਸਮਰੱਥ ਹੋਵੇਗੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਮਨਜੀਤ ਇੰਦਰਾ ਦੀ ਸ਼ਾਇਰੀ ਨੂੰ ਮੁਬਾਰਕਬਾਦ ਦਿੰਦਾ ਹਾਂ। ਖਾਸ ਕਰਕੇ ਜਿਹੜੀ ਔਰਤ ਆ ਉਹਦੇ ਜਿਹੜੀ ਕੱਟੜ ਨਾਰੀਵਾਦ ਸੀ ਉਹਦੇ ਵਿੱਚ ਉਹ ਸਮਾਜ ਨੂੰ ਤੇ ਮਰਦ ਨੂੰ ਆਪਣਾ ਵਿਰੋਧੀ ਮੰਨਦੇ ਸੀ। ਜਿਵੇਂ ਮਨਜੀਤ ਟਵਾਣਾ ਦੀ ਅਸੀਂ ਗੱਲ ਕਰਦੇ ਹਾਂ ਤੇ ਉਹਦੀ ਕਵਿਤਾ ਦੇ ਵਿੱਚ ਉਹਦੀ ਕਵਿਤਾ ਦੇ ਵਿੱਚ ਜਿਹੜਾ ਔਰਤ ਦਾ ਜਿਵੇਂ ਉਹਦੀ ਕ੍ਰੀਏਸ਼ਨ ਆ, ਜਿੱਥੋਂ ਬੱਚਾ ਪੈਦਾ ਕਰਨ ਦੀ ਜਿਹੜੀ ਗੱਲ ਆ, ਉਹਨੂੰ ਕਿਵੇਂ ਆਪਣੀਆਂ ਕਵਿਤਾ ਦੇ ਵਿੱਚ ਲੈਂਦੀ ਆ। ਕਹਿੰਦੀ ਮਿੱਟੀਓਂ ਉਪਜੀ ਕਿਸੇ ਮਾਂ ਦੀ ਅੰਦਰ, ਹੰਝੂਆਂ ਭਰੀ ਝੋਲ ਚੋਂ ਸੱਖਣੀਆਂ ਬਾਹਾਂ 'ਚ ਪਹੁੰਚੀ, ਸੁੰਨੀ ਸਹਿਕ ਦੀ ਗੋਦ ਭਰਦੀ, ਮਮਤਾ ਮਾਰੀ ਮਾਂ ਦੀ। ਹੁਣ ਮਨਜੀਤ ਇੰਦਰਾ ਜਦੋਂ ਕੱਲਾ ਨਾਰੀ ਦੀ ਚਰਚਾ ਹੀ ਨਹੀਂ ਕਰਦੀ, ਸਗੋਂ ਸਮਾਜਿਕ ਸਰੋਕਾਰਾਂ ਨੂੰ ਇੱਕ ਖਾਸ ਤਰੀਕੇ ਦੇ ਨਾਲ ਲੈ ਕੇ ਆਉਂਦੀ, ਅਤੇ ਉਹਦੇ ਵਿੱਚ ਜਿਹੜੀ ਉਹਦੀ ਪੋਜੀਸ਼ਨ ਬਣਦੀ ਆ ਉਹਦੇ ਵਿੱਚ ਸਮਾਜਿਕ ਸਰੋਕਾਰਾਂ ਦੇ ਵਿੱਚ, ਉਹਦੇ ਵਿੱਚ ਹੀ ਨਾਰੀ ਦੇ ਸਰੋਕਾਰਾਂ ਨੂੰ ਵੀ ਡਿਸਕਸ ਕਰਦੀ ਆ, ਉੱਥੇ ਗਰੀਬ ਨੂੰ ਵੀ ਡਿਸਕਸ ਕਰਦੀ ਆ, ਬੱਚੇ ਦੇ ਸਰੋਕਾਰਾਂ ਨੂੰ ਵੀ ਡਿਸਕਸ ਕਰਦੀ ਆ। ਅਤੇ ਇਸ ਕਰਕੇ ਉਹਦੀ ਜਿਹੜੀ ਕਵਿਤਾ ਆ ਉਹ ਇੱਕ ਕੱਲੀ ਨਾਰੀ ਕਾਵਿ ਹੀ ਨਾ ਰਹਿੰਦੀ ਹੋਈ, ਉਹ ਸਗੋਂ ਮੇਨ ਸਟ੍ਰੀਮ ਦੇ ਵਿੱਚ ਵੀ ਜਿਹੜੀ ਆ ਉਹ ਪਹੁੰਚਦੀ ਆ। ਅਤੇ ਉਹਦੀ ਕਵਿਤਾ ਦੀ ਜਿਹੜੀ ਸੰਵੇਦਨਾ ਆ, ਉਹਦਾ ਰੋਮਾਂਸ ਆ, ਜਾਂ ਮਨੁੱਖ ਦਾ ਜਿਹੜਾ ਅਟੁੱਟ ਹਿੱਸਾ ਆ, ਉਹਨੂੰ ਬੜੀ ਨਿਮਰਤਾ ਦੇ ਨਾਲ, ਬੜੇ ਸੌਫਟ ਸਕਿੱਲ ਦੇ ਨਾਲ ਉਹ ਜਿਹੜਾ ਆ ਉਹ ਆਪਣੀ ਕਵਿਤਾ ਦੇ ਵਿੱਚ ਪੇਸ਼ ਕਰਦੀ ਆ, ਜਿਹਦੇ ਵਿੱਚ ਉਹ ਕਹਿੰਦੀ, ਮੇਰਿਆਂ ਪੈਰਾਂ ਹੇਠ ਤਪਦਾ ਥਲ ਨਹੀਂ, ਤੇਰੀ ਹੋਂਦ ਦੀ ਠੰਡਕ ਹੁੰਦੀ, ਮੈਂ ਤੇਰੇ ਨਸ਼ੇ ਵਿੱਚ ਤੇਰੇ ਨਿੱਘ ਸੰਗ ਨੰਗੇ ਪੈਰ ਟੁਰਦੀ। ਹੁਣ ਮਨਜੀਤ ਇੰਦਰਾ ਜਿਹੜੀ ਆ ਉਹਦੇ ਨਾਲ ਉਹਦੀ ਕਵਿਤਾ ਦੇ ਵਿੱਚ ਕੁਦਰਤ ਦਾ ਕੰਪਲੀਟ ਜ਼ਿਕਰ ਆ, ਔਰ ਇਹੀ ਜਿਹੜੀ ਆ ਇਹ ਦੂਸਰੀਆਂ ਕਵਿਤਰੀਆਂ ਦੇ ਨਾਲੋਂ ਇਹਦੀ ਵੱਖਰਤਾ ਬਣਦੀ ਆ। ਮਿੱਥਾਂ ਦੀ ਗੱਲ ਕੀਤੀ ਆ, ਮਰਿਆਦਾਵਾਂ ਦੀ ਗੱਲ ਕੀਤੀ ਆ, ਅਤੇ ਮਿੱਥਾਂ ਨੂੰ ਵੀ ਉਹ ਇਸ ਤਰੀਕੇ ਦੇ ਨਾਲ ਨਹੀਂ ਪੇਸ਼ ਕਰਦੀ ਜਿਵੇਂ ਉਹਦੀ ਲੇਟੈਸਟ ਕਿਤਾਬ ਤਾਂਡਵ ਆਉਂਦੀ ਆ, ਅਤੇ ਉਹ ਤਾਂਡਵ ਨੂੰ ਇੱਕ ਖਾਸ ਤਰ੍ਹਾਂ ਦੇ ਵਿਦਰੋਹ ਦੇ ਵਿੱਚੋਂ ਇੱਕ ਜਿਹੜਾ ਤਾਂਡਵ ਆ ਉਹਦੇ ਰਾਹੀਂ ਉਹ ਆਪਣੀ ਕਵਿਤਾ ਜਿਹੜੀ ਆ ਉਹ ਪੇਸ਼ ਕਰਦੀ ਆ। ਅਤੇ ਮਿੱਥਾਂ ਦਾ ਜਿਹੜੀ ਪੁਨਰ ਸਿਰਜਣਾ ਜਦੋਂ ਹੁੰਦੀ ਆ, ਅਤੇ ਉਹਦੇ ਵਿੱਚ ਇੱਕ ਮਿੱਥਾਂ ਦਾ ਜਿਹੜਾ ਕਹਿ ਲਓ ਕਿ ਉਹਦਾ ਜਿਹੜੀਆਂ ਪੁਰਾਣੇ ਸਮੇਂ ਦੀਆਂ ਜਿਹੜੀਆਂ ਕੁਝ ਪ੍ਰੋਬਲਮ ਸੀ, ਉਹਨਾਂ ਪ੍ਰੋਬਲਮ ਨੂੰ ਨਵੀਆਂ ਪ੍ਰੋਬਲਮਾਂ ਨਾਲ ਕਿਵੇਂ ਕੋਰਲੇਟ ਕਰਦੀ ਆ। ਇਸ ਕਰਕੇ ਉਹ ਇੱਕ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਕੰਪਲੀਟ ਜਿਹੜਾ ਟ੍ਰੈਡੀਸ਼ਨਲ ਸੰਸਾਰ ਸੀ, ਅਤੇ ਜਿਹੜਾ ਮਾਡਰਨ ਸੰਸਾਰ ਸੀ, ਅਤੇ ਜਿਹੜਾ ਪੋਸਟ ਮਾਡਰਨ ਸੰਸਾਰ ਆ, ਇਹਦੇ ਵਿੱਚੋਂ ਇੱਕ ਕੰਪਲੀਟ ਸੰਰਚਨਾ ਜਿਹੜੀ ਬਣਾਉਣ ਦੀ ਕੋਸ਼ਿਸ਼ ਕਰਦੀ ਆ। ਜਿਵੇਂ ਕਹਿੰਦੀ, ਪ੍ਰੇਮ ਦੀ ਕੋਈ ਲਹਿਰ ਉੱਠੇ, ਲੈ ਕੋਈ ਸੰਗੀਤ ਦੀ, ਵੰਜਲੀ ਦੀ ਤਾਣ ਗੂੰਜੇ, ਸੰਖ ਤੇ ਘੜਿਆਲ ਗੂੰਜਣ, ਸੁਬਾ ਦੀ ਅਜ਼ਾਨ ਵੀ, ਝਾਂਜਰਾਂ ਦੇ ਬੋਰ ਛੜਕਣ, ਚੂੜੀਆਂ ਦੀ ਖੜਕ ਵੀ। ਧੰਨਵਾਦ। ਜਦੋਂ ਅਸੀਂ ਪੰਜਾਬੀ ਕਵਿਤਾ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਮਨਜੀਤ ਇੰਦਰਾ ਦੀ ਕਵਿਤਾ ਇੱਕ ਖਾਸ ਮੁਕਾਮ ਹਾਸਲ ਕਰਦੀ ਆ। ਇਸ ਕਵਿਤਾ ਦੇ ਬਹੁਤ ਸਾਰੇ ਪਸਾਰ ਨੇ ਜਿਨ੍ਹਾਂ ਬਾਰੇ ਅਸੀਂ ਗੱਲ ਕਰ ਸਕਦੇ ਹਾਂ। ਜਦੋਂ ਅਸੀਂ ਨਾਰੀ ਕਵਿਤਾ ਦੇ ਸੰਦਰਭ ਦੇ ਵਿੱਚ ਇਸ ਕਵਿਤਾ ਦਾ ਮੁਲਾਂਕਣ ਕਰਦੇ ਹਾਂ ਤਾਂ ਇੱਕ ਗੱਲ ਤਾਂ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਜਿਹੜੀ ਨਾਰੀ ਰਚਿਤ ਪੰਜਾਬੀ ਕਵਿਤਾ, ਉਸ ਦੇ ਵਿੱਚ ਨਾਰੀ ਹੋਂਦ, ਨਾਰੀ ਦੇ ਅਸਤਿਤਵ, ਲਿੰਗਿਕ ਸਮਾਨਤਾ ਤੇ ਨਾਰੀ ਦੀ ਆਜ਼ਾਦੀ ਦੀ ਤੇ ਗੱਲ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ। ਭਾਵੇਂ ਇਹ ਅੰਸ਼ ਮਨਜੀਤ ਇੰਦਰਾ ਨੇ ਵੀ ਆਪਣੀ ਕਵਿਤਾ ਦੇ ਵਿੱਚ ਛੂਹੇ ਨੇ,
ਪਰ ਫਰਕ ਇੱਥੇ ਇਹ ਹੈ ਕਿ ਮਨਜੀਤ ਇੰਦਰਾ ਦੀ ਕਵਿਤਾ ਦੀ ਜਿਹੜੀ ਪਾਤਰ ਆ ਉਹ ਆਪਣੀ ਗੱਲ ਬੇਬਾਕੀ ਦੇ ਨਾਲ ਕਹਿੰਦੀ ਆ। ਉਸ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖੋਫ ਨਹੀਂ, ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਉਹ ਸਿੱਧੀ ਹੋ ਕੇ ਪਿੱਤਰ ਕੀ ਪੁੱਲਾਂ ਦੇ ਨਾਲ ਟਕਰਾਉਂਦੀ ਆ, ਸਿੱਧਾ ਜਵਾਬ ਮੰਗਦੀ ਆ। ਉਸ ਦੀ ਕਵਿਤਾ ਦੇ ਵਿੱਚ ਇੱਕ ਵੰਗਾਰ ਹੈ, ਉਸ ਦੀ ਕਵਿਤਾ ਦੇ ਵਿੱਚ ਇੱਕ ਸੰਵਾਦ ਹੈ, ਉਸ ਦੀ ਕਵਿਤਾ ਦੇ ਵਿੱਚ ਇੱਕ ਵਿਵਾਦ ਹੈ। ਪਰ ਜੇਕਰ ਅਸੀਂ ਇਸ ਗੱਲ ਨੂੰ ਵੇਖੀਏ ਕਿ ਜਦੋਂ ਮਨਜੀਤ ਇੰਦਰਾ ਕਵਿਤਾ ਸਿਰਜ ਰਹੀ ਹੈ ਤਾਂ ਉਸ ਦੇ ਸਾਹਮਣੇ ਇੱਕ ਰੈਡੀਕਲ ਨਾਰੀਵਾਦੀ ਕਵਿਤਾ ਵੀ ਸਾਹਮਣੇ ਆ ਰਹੀ ਹੈ। ਪਰ ਅਸੀਂ ਇਸ ਚੌਕਟੇ ਵਿੱਚ ਰੱਖ ਕੇ ਮਨਜੀਤ ਇੰਦਰਾ ਦੀ ਕਵਿਤਾ ਨੂੰ ਨਹੀਂ ਵਾਚ ਸਕਦੇ। ਕਾਰਨ ਕੀ ਹੈ ਕਿ ਮਨਜੀਤ ਇੰਦਰਾ ਦੀ ਕਵਿਤਾ ਸਿੱਧੀ ਮਰਦ ਦੇ ਵਿਰੋਧ ਵਿੱਚ ਨਹੀਂ ਖੜਦੀ। ਮਨਜੀਤ ਇੰਦਰਾ ਦੀ ਕਵਿਤਾ ਪਿੱਤਰ ਕੀ ਸੱਤਾ ਦੇ ਵਿਰੋਧ ਵਿੱਚ ਖੜਦੀ ਆ। ਉਹ ਪਿੱਤਰ ਕੀ ਸੱਤਾ ਦੇ ਘੜੇ ਹੋਏ ਜਿਹੜੇ ਮੁੱਲ ਨੇ, ਘੜੀਆਂ ਹੋਈਆਂ ਜਿਹੜੀਆਂ ਰਵਾਇਤਾਂ ਨੇ, ਜਿਹੜੇ ਸੰਸਕਾਰ ਨੇ, ਉਹ ਸਿੱਧੀ ਉਹਨਾਂ ਤੇ ਅਟੈਕ ਕਰਦੀ ਆ। ਇਸੇ ਕਰਕੇ ਇਹ ਫਰਕ ਜਿਹੜਾ ਹੈਗਾ ਰੈਡੀਕਲ ਨਾਰੀਵਾਦ ਤੋਂ ਉਹ ਆਪਣੀ ਜਿਹੜੀ ਵਿਲੱਖਣਤਾ ਹੈ, ਉਹ ਡਿਫਰੈਂਸ ਜਿਹੜਾ ਹੈਗਾ ਹੈ ਉਹ ਅਲੱਗ ਧਾਰਨ ਕਰ ਲੈਂਦੀ ਹੈਗੀ ਆ। ਇਸ ਕਵਿਤਾ ਦੇ ਵਿੱਚ ਔਰਤ ਮਰਦ ਦਾ ਜਿਹੜਾ ਰਿਸ਼ਤਾ ਹੈਗਾ ਉਸ ਦੇ ਵਿੱਚ ਸੰਤੁਲਨ ਸਾਹਮਣੇ ਆਉਂਦਾ ਹੈਗਾ ਆ। ਚਾਹੇ ਰਿਸ਼ਤਾ ਇਹ ਪਤੀ ਪਤਨੀ ਦਾ ਹੋਵੇ, ਚਾਹੇ ਰਿਸ਼ਤਾ ਜਿਹੜਾ ਹੈਗਾ ਔਰਤ ਤੇ ਮਰਦ ਦਾ ਮੁਹੱਬਤੀ ਰਿਸ਼ਤਾ ਹੋਵੇ। ਇੱਥੇ ਮਨਜੀਤ ਇੰਦਰਾ ਇਸ ਰਿਸ਼ਤੇ ਦੇ ਵਿੱਚ ਇੱਕ ਪੂਰਨਤਾ ਲੈ ਕੇ ਆਉਣਾ ਚਾਹੁੰਦੀ ਹੈਗੀ ਆ, ਜੋ ਕਿ ਇਸ ਕਵਿਤਾ ਦੇ ਵਿੱਚ ਬਹੁਤ ਵੱਡੇ ਤੌਰ ਤੇ ਇਹ ਚੀਜ਼ ਜਿਹੜੀ ਹੈ ਪਹਿਚਾਨੀ ਜਾ ਸਕਦੀ ਹੈਗੀ ਆ। ਇਹਦੇ ਨਾਲ ਮਨਜੀਤ ਇੰਦਰਾ ਦੀ ਕਵਿਤਾ ਰਿਸ਼ਤਿਆਂ ਦੀ ਇੱਕ ਖੂਬਸੂਰਤ ਸਮੀਕਰਨ ਘੜਦੀ ਹੈਗੀ ਆ। ਉਹ ਰਿਸ਼ਤਿਆਂ ਦੇ ਵਿੱਚ ਪੂਰਨਤਾ ਲੈ ਕੇ ਆਉਣਾ ਚਾਹੁੰਦੀ ਆ ਤੇ ਪੂਰਨਤਾ ਲਿਆਉਂਦੀ ਹੋਈ ਉਹ ਅਲੱਗ-ਅਲੱਗ ਰਿਸ਼ਤਿਆਂ ਦੀ ਕੈਟਾਗਰੀ ਵੀ ਕਰ ਦਿੰਦੀ ਹੈ ਤੇ ਉਹਨਾਂ ਅਲੱਗ-ਅਲੱਗ ਕੈਟਾਗਰੀਆਂ ਦੇ ਵਿੱਚ ਵੱਖੋ ਵੱਖਰੇ ਪੱਖ ਜਿਹੜੇ ਨੇ, ਵੱਖੋ ਵੱਖਰੇ ਪ੍ਰਸਾਰ ਜਿਹੜੇ ਨੇ, ਵੱਖੋ ਵੱਖਰੀਆਂ ਜਿਹੜੀਆਂ ਦਿਸ਼ਾਵਾਂ ਹੈਗੀਆਂ ਨੇ ਉਹ ਕਈ ਰੂਪਾਂ ਦੇ ਤੌਰ ਤੇ ਸਾਡੇ ਸਾਹਮਣੇ ਪਹਿਚਾਨੀਆਂ ਜਾਂਦੀਆਂ ਨੇ। ਇਸ ਕਵਿਤਾ ਦੀ ਇੱਕ ਹੋਰ ਵੀ ਖਾਸੀਅਤ ਹੈ, ਉਹ ਇਹ ਹੈ ਕਿ ਜਿਹੜੀਆਂ ਨਾਰੀ ਦੇ ਮਨ ਦੇ ਵਿੱਚ ਦੱਬੀਆਂ ਹੋਈਆਂ ਇਛਾਵਾਂ ਪਈਆਂ ਨੇ, ਉਸ ਦੇ ਮਨ ਦੇ ਵਿੱਚ ਜਿਹੜੇ ਸੁਪਨੇ ਪਏ ਨੇ, ਜਿਹੜੀਆਂ ਉਹਦੀਆਂ ਰੀਝਾਂ ਨੇ, ਜਿਹੜੀਆਂ ਉਹਦੀਆਂ ਸਦਰਾਂ ਨੇ, ਜਿਹੜੀਆਂ ਇਸ ਪਿੱਤਰ ਕੀ ਸੰਬੰਧ ਦੇ ਵਿੱਚ, ਇਸ ਪਛਾਕੜੀ ਸੋਚ ਵਾਲੇ ਸਮਾਜ ਦੇ ਵਿੱਚ ਪੂਰੀਆਂ ਨਹੀਂ ਹੋ ਸਕੀਆਂ ਹੈਗੀਆਂ, ਉਸ ਦੇ ਬਾਰੇ ਵਿੱਚ ਇੱਕ ਸਵਾਲ ਵੀ ਖੜਾ ਕਰਦੀ ਆ ਤੇ ਸਮਾਜ ਦੇ ਇਸ ਕੋਝਪੁਣੇ ਨੂੰ, ਸਮਾਜ ਦੇ ਇਸ ਕਰੂਰ ਚਿਹਰੇ ਨੂੰ ਵੀ ਪਕੜਦੀ ਹੈਗੀ ਆ। ਤੇ ਉੱਥੇ ਜਾ ਕੇ ਕਿਤੇ ਨਾ ਕਿਤੇ ਜਾ ਕੇ ਜਿਹੜੀ ਮਨਜੀਤ ਇੰਦਰਾ ਦੀ ਜਿਹੜੀ ਕਵਿਤਾ ਇਹ ਰੋਹ ਵਿੱਚ ਆਉਂਦੀ ਆ। ਰੋਹ ਤੋਂ ਬਾਅਦ ਇਹ ਵਿਦਰੋਹ ਵੱਲ ਨੂੰ ਆਪਣਾ ਜਿਹੜਾ ਹੈਗਾ ਪੈਂਡਾ ਤੈਅ ਕਰਦੀ ਹੈਗੀ ਆ। ਜੇਕਰ ਅਸੀਂ ਇਸ ਕਵਿਤਾ ਦੇ ਸਾਰੇ ਪਸਾਰਾਂ ਨੂੰ ਦੇਖੀਏ ਤਾਂ ਸਿਰਫ ਇਹ ਨਹੀਂ ਕਿਹਾ ਜਾ ਸਕਦਾ ਕਿ ਮਨਜੀਤ ਇੰਦਰਾ ਦੀ ਕਵਿਤਾ ਦੇ ਕੇਂਦਰ ਦੇ ਵਿੱਚ ਨਾਰੀ ਹੈ। ਇਸ ਦੀ ਕਵਿਤਾ ਦੇ ਕੇਂਦਰ ਦੇ ਵਿੱਚ ਮਨੁੱਖ ਹੈ ਤੇ ਉਹ ਮਨੁੱਖ ਜਿਹੜਾ ਇਸ ਸਮਾਜ ਦੇ ਵਿੱਚ, ਇਸ ਕਰੂਰ ਵਰਤਾਰੇ ਦੇ ਵਿੱਚ ਸ਼ੋਸ਼ਿਤ ਮਨੁੱਖ ਹੈਗਾ ਆ। ਮਨਜੀਤ ਇੰਦਰਾ ਚਾਹੇ ਹਰੇ ਇਨਕਲਾਬ ਦੇ ਸਮੇਂ ਦੇ ਜਿਹੜੇ ਪਏ ਹੋਏ ਪ੍ਰਭਾਵਾਂ ਨੂੰ ਲਿਖ ਰਹੀ ਹੋਵੇ, ਚਾਹੇ ਮਨਜੀਤ ਇੰਦਰਾ ਕਾਲੇ ਪੰਜਾਬ ਦੇ ਦਿਨਾਂ ਦੀ ਗੱਲ ਕਰ ਰਹੀ ਹੋਵੇ, ਚਾਹੇ ਉਹ ਕੰਜ਼ਿਊਮਰ ਕਲਚਰਸ ਦੇ ਪੈਰੇ ਪ੍ਰਭਾਵ ਦੀ ਗੱਲ ਕਰ ਰਹੀ ਹੋਵੇ, ਤੇ ਚਾਹੇ ਅੱਜ ਦਾ ਜਿਹੜਾ ਦੌਰ ਹੈਗਾ ਉਸ ਦੇ ਕਰੂਰ ਚਿਹਰੇ ਨੂੰ ਪਹਿਚਾਨ ਰਹੀ ਹੋਵੇ। ਤੇ ਉਹ ਜਦੋਂ ਇਸ ਚਿਹਰੇ ਨੂੰ, ਇਹ ਸਾਰੇ ਅੰਸ਼ਾਂ ਨੂੰ ਦੇਖਦੀ ਹੈਗੀ ਆ ਤਾਂ ਉਸ ਦੇ ਸਾਹਮਣੇ ਇੱਕ ਉਹ ਸੋਹਣੇ ਸਮਾਜ ਦਾ ਜਿਹੜਾ ਤਸਵਰ ਹੈ ਉਹ ਉੱਭਰ ਕੇ ਸਾਹਮਣੇ ਆਉਂਦਾ ਆ। ਤੇ ਇਹੋ ਜਿਹੇ ਵਿਭਿੰਨ ਅੰਸ਼ ਜਿਹੜੇ ਨੇ ਉਸ ਦੀ ਕਵਿਤਾ ਦੇ ਵਿੱਚੋਂ ਪਹਿਚਾਨੇ ਜਾ ਸਕਦੇ ਹੈਗੇ ਨੇ, ਜਿਸ ਦੇ ਵਿੱਚ ਇੱਕ ਸਵਾਲ ਹੈ। ਉਹ ਸਵਾਲ ਜਿਹੜਾ ਜਿੱਥੇ ਕਿ ਪਹਿਲਾਂ ਮਨਜੀਤ ਇੰਦਰਾ ਆਪਣੇ ਆਪ ਨਾਲ ਸਵਾਲ ਕਰਦੀ ਸੀ, ਹੁਣ ਮਨਜੀਤ ਇੰਦਰਾ ਜਿਹੜੀ ਆ ਉਹ ਸਮਾਜ ਦੇ ਨਾਲ, ਇਸ ਪ੍ਰਬੰਧ ਦੇ ਨਾਲ ਜਿਹੜਾ ਹੈਗਾ ਸੰਵਾਦ ਰਚਾਉਂਦੀ ਆ। ਉਸ ਦਾ ਸਫ਼ਰ ਜਿਹੜਾ ਹੈਗਾ ਅਜੇ ਤੱਕ ਵੀ ਜਿਹੜਾ ਗਤੀਸ਼ੀਲ ਹੈ ਉਹ ਆਪਣੇ ਕਾਵਿ ਖੇਤਰ ਦੇ ਵਿੱਚ ਕਾਰਜਸ਼ੀਲ ਹੈਗੀ। ਪਰ ਅੰਤਹਨ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਆਈ ਆ ਤੇ ਅੱਜ ਜਿਹੜੀ ਤਾਂਡਵ ਕਿਤਾਬ ਜਿਹੜੀ ਉਹਨਾਂ ਦੀ ਹੁਣ ਨਵੀਂ ਕਿਤਾਬ ਆਈ ਆ, ਉਹਨਾਂ ਦੇ ਵਿਚਲੇ ਫਾਸਲੇ ਨੂੰ ਮਾਪੀਏ ਤਾਂ ਉਸ ਦੇ ਵਿੱਚ ਬਹੁਤ ਸਾਰੇ ਅੰਸ਼ ਜਿਹੜੇ ਨੇ ਸਾਡੇ ਸਾਹਮਣੇ ਆਉਂਦੇ ਨੇ, ਜਿਹੜੇ ਇਸ ਗੱਲ ਦੀ
ਅਗਵਾਈ ਭਰਦੇ ਨੇ, ਹਾਮੀ ਭਰਦੇ ਨੇ ਕਿ ਮਨਜੀਤ ਇੰਦਰਾ ਦੀ ਕਵਿਤਾ ਦੇ ਵਿੱਚ ਇੱਕ ਉਹ ਮਨੁੱਖ ਹੈ, ਉਹ ਵਿਛੁੰਨਿਆ ਹੋਇਆ ਮਨੁੱਖ ਹੈਗਾ, ਉਹ ਹਾਸਿਆਗ੍ਰਸਤ ਮਨੁੱਖ ਹੈਗਾ ਆ, ਜਿਹੜਾ ਇਸ ਸਮਾਜ ਦੇ ਵਿੱਚ, ਇਸ ਅਮਾਨਵੀ ਸਮਾਜ ਦੇ ਵਿੱਚ ਆਪਣੀ ਜ਼ਿੰਦਗੀ ਜਿਹੜਾ ਹੈਗਾ ਉਹ ਜੀ ਰਿਹਾ ਆ। ਤੇ ਇਹ ਕਵਿਤਾ ਉਸ ਦੇ ਹੱਕ ਦੇ ਵਿੱਚ ਆਵਾਜ਼ ਬਣਦੀ ਆ ਤੇ ਪ੍ਰਤੀਰੋਧੀ ਸੁਰ ਦੇ ਰਾਹੀਂ ਆਪਣੀ ਜਿਹੜੀ ਗੱਲ ਹੈ, ਆਪਣੇ ਮਨ ਦੀਆਂ ਭਾਵਨਾਵਾਂ ਨੇ, ਉਸ ਨੂੰ ਲੈ ਕੇ ਆਉਂਦੀ ਆ ਕਵਿਤਾ ਦੇ ਰਾਹੀਂ।